परम सत्कार गुरु रूप गुरु प्यारी साध संगत जी, आओ लड़ीवार शब्द विचार दे नाल जुड़ना करिए। बसंत महला पंजवा। अनक जन्म भ्रमे जोन माहि, हर सिमरन बिन नरक पाहि। भगत बिहूणा खंड खंड, बिन बूझे जम देत दंड। गोबिंद भजो मेरे सदा मीत, साच शब्द कर सदा प्रीत। रहाऊ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰ ਰਹੇ ਹਨ ਕਿ ਹੇ ਮੇਰੇ ਮਿੱਤਰ, ਸਦਾ ਪਰਮਾਤਮਾ ਦਾ ਭਜਨ ਕਰਿਆ ਕਰ, ਉਹਦੀ ਬੰਦਗੀ ਕਰਿਆ ਕਰ, ਸਿਮਰਨ ਕਰਿਆ ਕਰ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਨਾਲ ਸਦਾ ਤੂੰ ਪਿਆਰ ਬਣਾਈ ਰੱਖ। ਫਿਰ ਮੁੱਢਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ, ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਹਨ, ਕਹਿੰਦੇ ਜੇ ਤੂੰ ਭਜਨ ਕਰੇਂਗਾ ਤਾਂ ਠੀਕ ਹੈ, ਬੰਦਗੀ ਕਰੇਂਗਾ ਠੀਕ ਹੈ, ਨਹੀਂ ਕਰੇਂਗਾ ਤਾਂ ਫਿਰ ਕੀ ਹਸ਼ਰ ਹੋਣਾ ਹੈ। ਫਿਰ ਉਹ ਹਸ਼ਰ ਇਹ ਹੋਣਾ ਹੈ, ਅਨਕ ਜਨਮ ਭ੍ਰਾਮੇ ਜੋਨ ਮਾਹੀ, ਹਰ ਸਿਮਰਨ ਬਿਨ ਨਰਕ ਪਾਹੀ। ਕਹਿੰਦੇ ਹੇ ਭਾਈ, ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਮਨੁੱਖ ਨਰਕ ਦੇ ਵਿੱਚ ਪੈਂਦੇ ਰਹਿੰਦੇ ਹਨ, ਨਰਕ ਦੇ ਵਿੱਚ ਪਏ ਰਹਿੰਦੇ ਹਨ ਜੇ ਸਿਮਰਨ ਨਹੀਂ ਕਰਦੇ ਜਿਹੜੇ। ਅਤੇ ਅਨੇਕਾਂ ਜੂਨਾਂ ਦੇ ਵਿੱਚ ਭਟਕਦੇ ਫਿਰਦੇ ਰਹਿੰਦੇ ਹਨ, ਅਨੇਕਾਂ ਜਨਮਾਂ ਦੇ ਅਤੇ ਜੂਨਾਂ ਦੇ ਵਿੱਚ ਭਟਕਦੇ ਫਿਰਦੇ। ਭਗਤ ਬਿਹੂਣ ਖੰਡ ਖੰਡ, ਖੰਡ ਖੰਡ ਕਹਿੰਦੇ ਹਨ ਟੋਟੇ ਟੋਟੇ। ਬਿਨ ਬੂਝੇ ਜਮ ਦੇਤ ਦੰਡ, ਕਹਿੰਦੇ ਭਗਤੀ ਤੋਂ ਬਿਨਾਂ ਉਹਨਾਂ ਦਾ ਮਨ ਹੈ ਜਿਹੜਾ ਉਹ ਅਨੇਕਾਂ ਦੁੱਖਾਂ ਕਲੇਸ਼ਾਂ ਦੇ ਵਿੱਚ, ਦੌੜਾਂ ਭੱਜਾਂ ਦੇ ਵਿੱਚ ਟੋਟੇ ਟੋਟੇ ਹੋਇਆ ਰਹਿੰਦਾ, ਬਿਖਰਿਆ ਰਹਿੰਦਾ, ਦੁਖੀ ਹੋਇਆ ਰਹਿੰਦਾ। ਕਦੇ ਕਿਸੇ ਦੁੱਖ ਨੇ ਘੇਰ ਲਿਆ, ਕਦੇ ਕਿਸੇ ਨੇ ਘੇਰ ਲਿਆ, ਕਦੇ ਕਿੱਧਰੋਂ ਕਦੇ ਕਿੱਧਰੋਂ। ਇੰਨਾ ਜੋ ਨਹੀਂ ਨਿਕਲਦਾ ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਆਤਮਿਕ ਜੀਵਨ ਦੀ ਸੂਝ ਤੋਂ ਬਿਨਾਂ। ਕਹਿੰਦੇ ਜਮਰਾਜ ਵੀ ਫਿਰ ਉਹਨਾਂ ਨੂੰ ਸਜ਼ਾ ਦਿੰਦਾ ਹੈ, ਦੰਡ ਦਿੰਦਾ ਹੈ। ਫਿਰ ਅੱਗੇ ਫਰਮਾਨ ਹੈ ਰਹਾਉ ਤੋਂ ਅਗਲੀਆਂ ਪੰਕਤੀਆਂ 'ਚ, ਰਹਾਉ ਸੰਤੋਖ ਨ ਆਵਤ ਕਹੂੰ ਕਾਜ, ਧੂਮ ਬਾਦਰ ਸਭ ਮਾਇਆ ਸਾਜ। ਪਾਪ ਕਰੰਤੋ ਨਹਿ ਸੰਗਾਏ, ਬਿਖ ਕਾ ਮਾਤਾ ਵਹਿ ਜਾਏ। ਤਾਂ ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ, ਕਹਿੰਦੇ ਭਾਈ, ਆਤਮਿਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਦਾ ਮਤਾ ਹੋਇਆ ਮਨੁੱਖ, ਉਹ ਭਾਵ ਉਹਦੇ ਵਿੱਚ ਮਸਤ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ। ਕਿਸੇ ਵੀ ਕੰਮ ਦੇ ਵਿੱਚ ਉਸ ਨੂੰ ਮਾਇਆ ਵੱਲੋਂ ਤ੍ਰਿਪਤੀ ਨਹੀਂ ਹੁੰਦੀ, ਰੱਜਦਾ ਹੀ ਨਹੀਂ, ਸੰਤੋਖ ਨਹੀਂ ਆਉਂਦਾ। ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਮਾਇਆ ਦੇ ਸਾਰੇ ਕੌਤਕ ਤਮਾਸ਼ੇ ਜਿਹੜੇ ਹਨ ਉਹ ਤਾਂ ਇੱਕ ਧੂਏਂ ਦੇ ਬੱਦਲ ਦੇ ਵਾਂਗ ਹੀ ਹਨ। ਧੂਮ ਮਤਲਬ ਧੂੰਆਂ,
ਬਾਦਰ ਬੱਦਲ ਸਭ ਮਾਇਆ ਸਾਜ। ਕਹਿੰਦੇ ਸਾਰੇ ਮਾਇਆ ਦੇ ਜਿਹੜੇ ਕੌਤਕ ਤਮਾਸ਼ੇ ਇਹਦਾ ਧੂਏਂ ਦੇ ਬੱਦਲ ਹੁੰਦੇ ਆ। ਧੂਏਂ ਦੇ ਬੱਦਲਾਂ ਦੇ ਵਿੱਚੋਂ ਕਦੇ ਮੀਂਹ ਥੋੜ੍ਹਾ ਪੈਂਦਾ। ਕਹਿੰਦੇ ਉਹ ਤਾਂ ਹਵਾ ਦੇ ਇੱਕ ਬੁੱਲੇ ਦੇ ਨਾਲ ਹੀ ਉੱਡ ਜਾਂਦੀ ਹੈ। ਅਤੇ ਮਾਇਆ ਦੇ ਵਿੱਚ ਕਹਿੰਦੇ ਸਤਿਗੁਰੂ ਪਾਤਸ਼ਾਹ ਜਿਹੜਾ ਮਸਤ ਹੈ, ਪਾਪ ਕਰਨ ਤੋਂ ਨਹਿ ਸੰਗਾਏ, ਬਿਖ ਕਾ ਮਾਤਾ ਵਹਿ ਜਾਏ। ਕਹਿੰਦੇ ਮਾਇਆ ਦੇ ਵਿੱਚ ਮਸਤ ਮਨੁੱਖ ਪਾਪ ਕਰਦਾ ਵੀ ਝਿਜਕਦਾ ਨਹੀਂ, ਸੰਗਦਾ ਨਹੀਂ। ਫਿਰ ਅੱਗੇ ਫਰਮਾਨ ਹੈ, ਹਾਓ ਹਾਓ ਕਰਤ ਬੱਧੇ ਬੇਕਾਰ, ਮੋਹ ਲੋਭ ਡੂਬੋ ਸੰਸਾਰ, ਕਾਮ ਕਰੋਧ ਮਨ ਵਸ ਕੀਆ, ਸੁਪਨੈ ਨਾਮ ਨਾ ਹਰ ਲੀਆ। ਤਾਂ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਨੇ, ਕਹਿੰਦੇ ਹੀ ਭਾਈ, ਜਿਸ ਮਨੁੱਖ ਨੇ ਕਦੇ ਸੁਪਨੇ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਸੁਪਨੇ ਦੇ ਵਿੱਚ ਵੀ, ਕਹਿਣ ਦਾ ਭਾਵ ਕਦੇ ਭੁੱਲ ਕੇ ਵੀ, ਅਤੇ ਮੈਂ ਕਰਦਿਆਂ ਹਉ ਦਾ ਮਤਲਬ ਮੈਂ ਕਹਿੰਦੇ ਕਰਦਿਆਂ ਉਸ ਦੇ ਅੰਦਰ ਵਿਕਾਰ ਵੱਧਦੇ ਜਾਂਦੇ ਹਨ, ਅਤੇ ਜਗਤ ਦੇ ਮੋਹ ਅਤੇ ਲੋਭ ਦੇ ਵਿੱਚ ਉਹ ਫਿਰ ਡੁੱਬਾ ਰਹਿੰਦਾ ਹੈ। ਕਾਮ ਵਾਸ਼ਨਾ ਨੇ, ਕ੍ਰੋਧ ਨੇ ਉਸ ਦਾ ਮਨ ਹੈ ਜਿਹੜਾ ਸਦਾ ਆਪਣੇ ਕਾਬੂ ਦੇ ਵਿੱਚ ਕੀਤਾ ਹੁੰਦਾ ਹੈ, ਵਸ ਦੇ ਵਿੱਚ ਕੀਤਾ ਹੁੰਦਾ ਹੈ। ਫਿਰ ਅੱਗੇ ਫਰਮਾਨ ਹੈ, ਕਬ ਹੀ ਰਾਜਾ ਕਬ ਮੰਗਣਹਾਰ, ਦੁਖ ਸੁਖ ਬਾਧੋ ਸੰਸਾਰ, ਮਨ ਉਦਰਣ ਕਾ ਸਾਜ ਨਾਹਿ, ਪਾਪ ਬੰਧਨ ਨਿਤ ਪਉਤ ਜਾਹੀ। ਪਉਤ ਜਾਹੀ ਦਾ ਮਤਲਬ ਪੈਂਦੇ ਜਾਂਦੇ ਹੈ। ਤਾਂ ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ, ਕਹਿੰਦੇ हे ਭਾਈ, ਨਾਮ ਤੋਂ ਸੱਖਣਾ ਮਨੁੱਖ ਚਾਹੇ ਕਦੇ ਰਾਜਾ ਹੈ, ਚਾਹੇ ਮੰਗਤਾ ਹੈ, ਕਹਿੰਦੇ ਉਹ ਸਦਾ ਜਗਤ ਦੇ ਦੁੱਖਾਂ ਸੁੱਖਾਂ ਦੇ ਵਿੱਚ ਜਕੜਿਆ ਰਹਿੰਦਾ ਜਿਹੜਾ ਨਾਮ ਤੋਂ ਬਿਨਾਂ। ਕਬ ਹੀ ਰਾਜਾ ਕਬ ਮੰਗਣਹਾਰ, ਭਲਾਂ ਦੀ ਮੰਗਤਾ ਹੈ ਅਤੇ ਭਲਾਂ ਦੀ ਰਾਜਾ ਹੈ। ਕਹਿੰਦੇ ਉਹ ਦੁੱਖਾਂ ਦੇ ਵਿੱਚ ਜਕੜਿਆ ਰਹਿੰਦਾ, ਦੁੱਖਾਂ ਸੁੱਖਾਂ ਦੇ ਵਿੱਚ, ਨਾਮ ਤੋਂ ਖਾਲੀ ਹੈ ਜਿਹੜਾ, ਨਾਮ ਨਹੀਂ ਸਿਮਰਦਾ ਜਿਹੜਾ, ਅਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ, ਕਹਿੰਦੇ ਆਪਣੇ ਮਨ ਨੂੰ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਵਿੱਚ ਡੁੱਬਣ ਤੋਂ ਬਚਾਉਣ ਦਾ ਉਹ ਕੋਈ ਵੀ ਉਦਮ ਨਹੀਂ ਕਰਦਾ। ਮਨ ਉਦਰਨ ਕਾ ਸਾਜ ਨਾਹੀਂ, ਸਾਜ ਨਾਹੀਂ ਮਤਲਬ ਕੋਈ ਉਦਮ ਹੀ ਨਹੀਂ ਕਰਦਾ। ਪਾਪਾਂ ਦੀਆਂ ਫਾਈਆਂ ਉਸ ਨੂੰ ਕਦੇ ਸਦਾ ਹੀ ਪੈਂਦੀਆਂ ਜਾਂਦੀਆਂ ਹਨ, ਪਾਪ ਬੰਧਨ ਨਿਤ ਪਉਤ ਜਾਏ। ਅੱਗੇ ਫਰਮਾਨ ਹੈ, ਈਠ ਮੀਤ ਕੋ ਸਖਾ ਨਾਇ, ਆਪ ਵੀ ਜਾਪੇ ਹੀ ਖਾਹੇ, ਜਾ ਕੈ ਕੀਨੈ ਹੋਤ ਬੇਕਾਰ, ਸੇ ਛੋੜ ਚੱਲਿਆ ਖਿਨ ਮੈਂ ਗਵਾਰ। ਕਹਿੰਦੇ हे ਭਾਈ, ਪਿਆਰੇ ਮਿੱਤਰਾਂ ਦੇ ਵਿੱਚੋਂ ਕੋਈ ਵੀ ਤੋੜ ਤੱਕ ਸਾਥ ਨਿਭਾਉਣ ਵਾਲਾ ਸਾਥੀ ਨਹੀਂ ਬਣ ਸਕਦਾ। ਈਠ, ਈਠ ਦਾ ਮਤਲਬ ਇਸ਼ਟ, ਪਿਆਰੇ, ਮੀਤ ਮਿੱਤਰ, ਸਾਥੀ, ਕਉ ਸਖਾ, ਸਖਾ ਸਾਥੀ ਨਾਹੀਂ। ਕਹਿੰਦੇ ਚਾਹੇ ਕਿੰਨੇ ਮਰਜ਼ੀ ਪਿਆਰੇ ਮਿੱਤਰ ਹੈ, ਉਹਨਾਂ ਦੇ ਵਿੱਚੋਂ ਕੋਈ ਵੀ ਕਹਿੰਦੇ ਤੋੜ ਤੱਕ ਸਾਥ ਨਿਭਾਉਣ ਵਾਲਾ ਸਾਥੀ ਨਹੀਂ ਬਣ ਸਕਦਾ।
ਸਾਰੇ ਜੀਵ ਚੰਗੇ ਮੰਦੇ ਕਰਮ ਆਪ ਕਰਕੇ ਆਪ ਹੀ ਉਹਨਾਂ ਕੀਤੇ ਕਰਮਾਂ ਦਾ ਫਲ ਭੋਗਦੇ ਹਨ। ਆਪ ਬੀਜ ਆਪੇ ਹੀ ਖਾਏ। ਆਪ ਬੀਜਦੇ ਹੈ, ਆਪ ਹੀ ਖਾਂਦੇ ਹੈ। ਮਤਲਬ ਆਪ ਹੀ ਚੰਗੇ ਮੰਦੇ ਕਰਮ ਕਰਦੇ ਅਤੇ ਆਪ ਹੀ ਉਹਨਾਂ ਦਾ ਫਲ ਭੋਗਦੇ। ਫਿਰ ਕੋਈ ਮਿੱਤਰ ਮਦਦ ਨਹੀਂ ਕਰ ਸਕਦਾ। ਕਹਿੰਦੇ ਹੇ ਭਾਈ, ਜਿਨ੍ਹਾਂ ਪਦਾਰਥਾਂ ਦੇ ਇਕੱਠੇ ਕਰਦਿਆਂ ਮਨੁੱਖ ਦੇ ਮਨ ਵਿੱਚ ਅਨੇਕਾਂ ਵਿਕਾਰ ਪੈਦਾ ਹੁੰਦੇ ਰਹਿੰਦੇ ਹਨ। ਜਾਕੈ ਕੀਨੈ ਹੋਤ ਵਿਕਾਰ, ਸੇ ਛੋੜ ਚੱਲਿਆ ਖਿਨ ਮੈਂ ਗਵਾਰ। ਕਹਿੰਦੇ ਜਦੋਂ ਅੰਤ ਸਮਾਂ ਆਉਂਦਾ ਨਾ ਤਾਂ ਮੂਰਖ ਕਹਿੰਦੇ ਇੱਕ ਖਿੰਨ ਦੇ ਵਿੱਚ ਹੀ ਉਹਨਾਂ ਪਦਾਰਥਾਂ ਨੂੰ ਛੱਡ ਕੇ ਇੱਥੋਂ ਤੁਰ ਜਾਂਦਾ, ਜਿਨ੍ਹਾਂ ਲਈ ਪਾਪ ਕਮਾਉਂਦਾ ਰਿਹਾ। ਪਾਪ ਕਰ ਕਰਕੇ, ਧੋਖਾ ਧੜੀ ਕਰ ਕਰਕੇ, ਕਿਸੇ ਤੋਂ ਠੱਗ ਠੱਗ ਕੇ ਪੈਸੇ ਜਾਂ ਕੋਈ ਪਦਾਰਥ ਖਾਂਦਾ ਰਿਹਾ ਧੱਕਾ ਕਰਕੇ, ਤਾਂ ਉਹਨਾਂ ਦਾ ਕਹਿੰਦੇ ਸਾਰਾ ਕੁਛ ਕੀਤੇ ਦਾ ਫਿਰ ਉਹਨੂੰ ਫਲ ਭੁਗਤਣਾ ਪੈਣਾ ਅਤੇ ਉਹ ਪਦਾਰਥ ਸਾਰੇ ਛੱਡ ਕੇ ਇੱਥੇ ਤੁਰ ਜਾਂਦਾ ਜਦੋਂ ਅੰਤ ਸਮਾਂ ਆਉਂਦਾ। ਮਾਇਆ ਮੋਹੇ ਬਹੁ ਭਰਮਿਆ, ਕਿਰਤ ਰੇਖ ਕਰ ਕਰਮਿਆ। ਕਰਨੈ ਹਾਰ ਅਲੇਪਤ ਆਪ, ਨਹੀਂ ਲੇਪ ਪ੍ਰਭ ਪੁੰਨ ਪਾਪ। ਕਹਿੰਦੇ ਹੇ ਭਾਈ, ਪਰਮਾਤਮਾ ਦਾ ਸਿਮਰਨ ਭੁਲਾ ਕੇ ਮਨੁੱਖ ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਦਾ ਫਿਰਦਾ ਹੈ। ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਨੁੱਖ ਹੋਰ ਉਹੋ ਜਿਹੇ ਹੀ ਕਰਮ ਕਰੀ ਜਾਂਦਾ ਹੈ। ਇਸ ਕਰਕੇ ਕਹਿੰਦੇ ਹੇ ਭਾਈ, ਸਭ ਕੁਝ ਕਰਨ ਦੇ ਸਮਰੱਥ ਪਰਮਾਤਮਾ ਆਪ ਨਿਰਲੇਪ ਹੈ। ਕਰਨੈ ਹਾਰ ਅਲੇਪਤ, ਅਲੇਪਤ ਮਤਲਬ ਨਿਰਲੇਪ ਹੈ ਆਪ ਪਰਮੇਸ਼ਰ। ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਪ੍ਰਭੂ ਉੱਤੇ ਨਾ ਤਾਂ ਜੀਵਾਂ ਦੇ ਮਿਥੇ ਹੋਏ ਪੁੰਨ ਕਰਮਾਂ ਦੇ ਕੀਤੇ ਜਾਣ ਤੋਂ ਪੈਦਾ ਹੋਣ ਵਾਲੇ ਅਹੰਕਾਰ ਆਦਿਕ ਦਾ ਅਸਰ ਹੁੰਦਾ ਹੈ, ਅਤੇ ਨਾ ਹੀ ਕਿਸੇ ਪਾਪ ਦੇ ਕਾਰਨ ਭਾਵ ਉਸ ਪ੍ਰਭੂ ਨੂੰ ਨਾ ਹੰਕਾਰ ਅਤੇ ਨਾ ਵਿਕਾਰ ਆਪਣੇ ਅਸਰ ਦੇ ਹੇਠ ਨਹੀਂ ਲਿਆ ਸਕਦੇ। ਕਹਿਣ ਦਾ ਭਾਵ ਉਹ ਨਿਰਲੇਪ ਹੈ। ਤੂੰ ਕਰਤਾ ਤੂੰ ਕਰਨਹਾਰ, ਤੂੰ ਊਚਾ ਤੂੰ ਬਹੁ ਅਪਾਰ। ਕਰ ਕਿਰਪਾ ਲੜ ਲੇਹੋ ਲਾਏ, ਨਾਨਕ ਦਾਸ ਪ੍ਰਭ ਕੀ ਸਰਨਾਏ। ਹੇ ਦਇਆ ਦੇ ਸੋਮੇ ਗੋਬਿੰਦ ਪਰਮੇਸ਼ਰ, ਹੇ ਸਮਰੱਥ ਵਿਆਪਕ, ਹੇ ਕਿਰਪਾਲ, ਮੈਂ ਤੇਰੀ ਸ਼ਰਨ ਆਇਆ ਹਾਂ, ਮੇਰੀ ਰੱਖਿਆ ਕਰ। ਮੇਰੀ ਰੱਖਿਆ ਕਰ, ਤੈਥੋਂ ਬਿਨਾ ਮੇਰਾ ਕੋਈ ਹੋਰ ਥਾਂ ਹੀ ਨਹੀਂ ਹੈ, ਤੇਰੇ ਤੋਂ ਬਿਨਾ ਮੇਰਾ ਕੋਈ ਹੈ ਹੀ ਨਹੀਂ। ਹੇ ਪ੍ਰਭੂ, ਮਿਹਰ ਕਰਕੇ ਮੈਨੂੰ ਆਪਣਾ ਨਾਮ ਬਖਸ਼। ਹੇ ਨਾਨਕ, ਕਹਿੰਦੇ ਪ੍ਰਭੂ ਦੇ ਦਾਸ ਪ੍ਰਭੂ ਦੀ ਸ਼ਰਨ ਪਏ ਰਹਿੰਦੇ ਹਨ ਅਤੇ ਉਸ ਦੇ ਦਰ 'ਤੇ ਅਰਜ਼ੋਈ ਕਰਦੇ ਰਹਿੰਦੇ ਹਨ, ਅਰਦਾਸ ਕਰਦੇ ਰਹਿੰਦੇ ਹਨ। ਹੇ ਪ੍ਰਭੂ, ਤੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਤੂੰ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਤੂੰ ਸਭ ਤੋਂ ਉੱਚਾ ਹੈ, ਤੂੰ ਬੜਾ ਬੇਅੰਤ ਹੈ। ਮਿਹਰ ਕਰ, ਸਾਨੂੰ ਆਪਣੇ ਲੜ ਲਾਈ ਰੱਖ। ਇਉਂ ਅਰਦਾਸ ਬੇਨਤੀ ਉਸ ਪਰਮਾਤਮਾ ਦੇ ਪਿਆਰੇ ਜਿਹੜੀ ਉਹ ਕਰਦੇ ਹਨ। ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ, ਅੱਗੇ ਬਸੰਤ ਕੀ ਵਾਰ ਸ਼ੁਰੂ ਹੁੰਦੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਸੰਤ ਕੀ ਵਾਰ ਮਹਲ ਪੰਜਵਾ।
ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਕਰਮ ਲਿਖੰਤੇ ਪਾਈਐ ਏ ਰੁੱਤ ਸੁਹਾਈ। ਵਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ। ਨਾਨਕ ਸਿਮਰੈ ਇਕ ਨਾਮ ਫਿਰ ਬਹੁੜ ਨਾ ਧਾਈ। ਨਹੀਂ ਭਾਈ, ਪਰਮਾਤਮਾ ਦਾ ਨਾਮ ਸਿਮਰ ਕੇ ਆਤਮਿਕ ਜੀਵਨ ਵਾਲਾ ਬਣ ਜਾ। ਜਿਵੇਂ ਪਾਣੀ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ, ਰੁੱਖ ਨੂੰ ਪਾਣੀ ਮਿਲ ਜਾਂਦਾ ਤਾਂ ਹਰਾ ਹੋ ਜਾਂਦਾ। ਕਹਿਣ ਦਾ ਭਾਵ ਕਹਿੰਦੇ ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ ਇਹ ਸੋਹਣਾ ਸਮਾਂ ਹੈ ਜਿਹੜਾ ਇਹ ਪੂਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵੱਲੋਂ ਲਿਖੇ ਬਖਸ਼ਿਸ਼ ਦੇ ਲੇਖ ਦੇ ਉਗੜਨ ਨਾਲ ਹੀ ਮਿਲਦਾ ਹੈ। ਜਿਹੜਾ ਇਹ ਸਮਾਂ ਬਹੁਤ ਵੱਡੇ ਕੋਈ ਸੰਸਕਾਰ ਕੀਤੇ ਜਿਹਦੇ ਕਰਕੇ ਇਹ ਮਨੁੱਖਾ ਜਨਮ ਮਿਲਿਆ। ਕਹਿੰਦੇ ਜਿਵੇਂ ਵਰਖਾ ਨਾਲ ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ। ਵਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ। ਤਿਵੇਂ ਕਹਿੰਦੇ ਉਸ ਮਨੁੱਖ ਦਾ ਲੂੰ ਖਿੜ ਪੈਂਦਾ ਜੋ ਅੰਮ੍ਰਿਤ ਨਾਮ ਰੂਪ ਫਲ ਹਾਸਲ ਕਰ ਲੈਂਦਾ। ਗੁਰੂ ਨੂੰ ਮਿਲ ਕੇ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ। ਗੁਰੂ ਨੂੰ ਮਿਲ ਕੇ ਕਹਿੰਦੇ ਉਸ ਦੇ ਹਿਰਦੇ ਵਿੱਚ ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲੱਥ ਜਾਂਦੀ ਹੈ। ਛਾਈ ਕਹਿੰਦੇ ਹਨ ਮੈਲ ਨੂੰ, ਕਾਲਖ ਨੂੰ, ਕਹਿੰਦੇ ਉਹ ਲੱਥ ਜਾਂਦੀ ਹੈ। ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ। ਕਹਿੰਦੇ ਨਾਨਕ ਵੀ ਪ੍ਰਭੂ ਦਾ ਹੀ ਸਿਮਰਨ ਕਰਦਾ ਹੈ ਅਤੇ ਜੋ ਮਨੁੱਖ ਵੀ ਸਿਮਰਦਾ ਹੈ ਉਸ ਨੂੰ ਕਹਿੰਦੇ ਮੁੜ ਮੁੜ ਜਨਮ ਮਰਨ ਦੇ ਗੇੜ ਦੇ ਵਿੱਚ ਭਟਕਣਾ ਨਹੀਂ ਪੈਂਦਾ। ਫਿਰ ਅੱਗੇ ਫਰਮਾਨ ਹੈ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਆਪਣੇ ਚਰਨ ਜਪਾਇਣ ਵਿੱਚ ਦਇਓ ਖੜੋਆ। ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰੋਆ। ਦਿਨ ਰੈਣ ਨਾਮ ਧਿਆਇਂਦਾ ਫਿਰ ਪਾਈ ਨਾ ਮੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਕਹਿੰਦੇ ਜਿਸ ਮਨੁੱਖ ਨੇ ਪ੍ਰਭੂ ਦਾ ਸਿਮਰਨ ਰੂਪ ਸੱਚੀ ਭੇਟਾ ਪ੍ਰਭੂ ਦੇ ਹਜ਼ੂਰੀ ਦੇ ਵਿੱਚ ਪੇਸ਼ ਕੀਤੀ ਹੈ, ਜਿਹਨੇ ਸੱਚੀ ਭੇਟਾ ਪੇਸ਼ ਕੀਤੀ ਹੈ, ਕਹਿੰਦੇ ਪ੍ਰਭੂ ਨੇ ਉਸ ਦੇ ਕਾਮ ਆਦਿਕ ਪੰਜੇ ਹੀ ਵੱਡੇ ਬਲੀ ਵਿਕਾਰ ਬੰਨ੍ਹ ਦਿੱਤੇ ਹਨ, ਜਿਸ ਕਰਕੇ ਕਹਿੰਦੇ ਉਸ ਦੇ ਸਾਰੇ ਹੀ ਰੋਗ ਅਤੇ ਸਹਿਸੇ ਮਿਟ ਜਾਂਦੇ ਹਨ। ਉਹ ਸਦਾ ਪਵਿੱਤਰ ਆਤਮਾ ਅਤੇ ਅਰੋਗ ਰਹਿੰਦਾ ਹੈ। ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ। ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਫਿਰ ਪੈਂਦਾ, ਕੱਟਿਆ ਜਾਂਦਾ ਉਹਦਾ। ਕਹਿੰਦੇ ਹੇ ਨਾਨਕ, ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ, ਸਿਮਰਨ ਦੀ ਬਰਕਤ ਨਾਲ ਉਸੇ ਦਾ ਰੂਪ ਹੀ ਹੋ ਜਾਂਦਾ ਹੈ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਇਆ। ਕਹਿੰਦੇ ਫਿਰ ਉਸੇ ਦਾ ਰੂਪ ਹੋ ਜਾਂਦਾ ਹੈ। ਕਿੱਥੋਂ ਉਪਜੈ ਕਹਿ ਰਹਿ ਕਹਿ ਮਾਏ ਸਮਾਵੈ। ਜੀ ਜੰਤ ਸਭ ਖਸਮ ਕੀ ਕੌਣ ਕੀਮਤ ਪਾਵੈ। ਕਹਿਣ ਕਹਾਇਣ ਸੁਣਨ ਨਿਤ ਸੇ ਭਗਤ ਸੁਹਾਵੈ। ਅਗਮਿਆ ਗੋਚਰ ਸਾਹਿਬੂ ਦੂਸਰ ਲਵੈ ਨ ਲਾਵੈ। ਸੱਚ ਪੂਰੈ ਗੁਰੂ ਉਪਦੇਸਿਆ ਨਾਨਕ ਸੁਣਾਵੈ। ਸਾਰੇ ਜੀਵ ਖਸਮ ਪ੍ਰਭੂ ਦੇ ਪੈਦਾ ਕੀਤੇ ਹੋਏ ਹਨ। ਕੋਈ ਵੀ ਆਪਣੇ ਪੈਦਾ ਕਰਨ ਵਾਲੇ ਦੇ ਗੁਣਾਂ ਦਾ ਮੁੱਲ ਨਹੀਂ ਪਾ ਸਕਦਾ।
ਕੋਈ ਨਹੀਂ ਦੱਸ ਸਕਦਾ ਕਿ ਪ੍ਰਭੂ ਕਿੱਥੋਂ ਪੈਦਾ ਹੁੰਦਾ ਅਤੇ ਕਿੱਥੇ ਰਹਿੰਦਾ ਅਤੇ ਕਿੱਥੇ ਲੀਨ ਹੋ ਜਾਂਦਾ ਹੈ। ਕਿੱਥਾ ਹੋ ਉਪਜੈ ਕਹਿ ਰਹਿ ਕਹਿ ਮਾਇ ਸਮਾਵੈ। ਕਹਿੰਦੇ ਕੋਈ ਨਹੀਂ ਦੱਸ ਸਕਦਾ। ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਹਨ, ਚੇਤੇ ਕਰਦੇ ਹਨ, ਕਹਿੰਦੇ ਉਹ ਭਗਤ ਸੋਹਣੇ ਜੀਵਨ ਵਾਲੇ ਹੋ ਜਾਂਦੇ ਹਨ। ਉਹ ਸੋਹਣੇ ਜੀਵਨ ਵਾਲੇ ਹੋ ਜਾਂਦੇ ਹਨ। ਪਰਮਾਤਮਾ ਅਪਹੁੰਚ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਭ ਦਾ ਮਾਲਕ ਹੈ ਅਤੇ ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਨਾਨਕ ਉਸ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਸੁਣਾਉਂਦਾ ਹੈ। ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ, ਅੰਦਰ ਵਸਦਾ ਵਿਖਾ ਦਿੱਤਾ ਹੈ ਉਸ ਪੂਰੇ ਗੁਰੂ ਨੇ, ਉਸ ਪਰਮਾਤਮਾ ਨੂੰ। ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ। ਵਿਚਾਰਾਂ ਕਰਦਿਆਂ ਬੇਅੰਤ ਤੁਨਤਾਈਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣਯੋਗ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।